ਸੋ ਪਰਮਪਿਤਾ ਪਰਮੇਸ਼ਰ ਜੀ ਦਾ ਬੜਾ ਧੰਨਵਾਦ ਕਰਦੇ ਹਾਂ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਅੱਜ ਦੇ ਬਹੁਤ ਵਧੀਆ ਦਿਨ ਦੇ ਲਈ, ਜੋ ਫਿਰ ਆਤਮਿਕ ਭੈਣਾਂ ਭਰਾਵਾਂ ਵਿੱਚ ਆਉਣ ਦੇ ਲਈ ਪਰਮੇਸ਼ਰ ਨੇ ਮੌਕਾ ਦਿੱਤਾ। ਔਰ ਆਤਮਿਕ ਭੋਜਨ ਜਿਹਨੂੰ ਅਸੀਂ ਪਰਮੇਸ਼ਰ ਦਾ ਗਿਆਨ, ਪਰਮੇਸ਼ਰ ਦਾ ਵਚਨ ਕਹਿੰਦੇ ਹਾਂ, ਉਹ ਫਿਰ ਲੈਣ ਦੇ ਲਈ ਪਰਮੇਸ਼ਰ ਨੇ ਮੌਕਾ ਦਿੱਤਾ। ਇਸ ਲਈ ਬਹੁਤ ਬਹੁਤ ਧੰਨਵਾਦ। ਅਤੇ ਬੀਤੇ ਦਿਨਾਂ ਵਿੱਚ ਪਰਮੇਸ਼ਰ ਨੇ ਜੋ ਸਾਡੇ ਜੀਵਨ ਵਿੱਚ ਕੰਮ ਕੀਤੇ, ਉਹਨਾਂ ਕੰਮਾਂ ਲਈ ਵੀ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਔਰ ਸਾਡੇ ਟੀਚਰਸ ਸੰਗਤ ਸਿੰਘ ਬੇਂਸ ਜੀ, ਰਾਜਸੂਦਨ ਸਰ ਜੀ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਉਹਨਾਂ ਦੇ ਦੁਆਰਾ ਅਸੀਂ ਪਰਮੇਸ਼ਰ ਦੀ ਮਹਾਨ ਸੱਚਾਈ ਨੂੰ ਜਾਣਿਆ। ਔਰ ਕਿਸ ਤਰ੍ਹਾਂ ਨਾਲ ਜੋ ਚੋਖਾ ਜੀਵਨ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਪਰਮੇਸ਼ਰ ਨੇ ਭੇਜਿਆ ਨਾ, ਕਿਸ ਤਰ੍ਹਾਂ ਅਸੀਂ ਉਹਨੂੰ ਆਪਣੇ ਜੀਵਨ 'ਚ ਵੇਖ ਸਕਦੇ ਹਾਂ, ਪ੍ਰਗਟ ਕਰ ਸਕਦੇ ਹਾਂ। ਇਹ ਕਰਨ ਦੀ ਜਾਣਕਾਰੀ ਸਰ ਜੀ ਦੇ ਦੁਆਰਾ ਸਾਡੇ ਕੋਲ ਆਈ। ਔਰ ਜਦੋਂ ਅਸੀਂ ਕੰਨਾਂ ਨਾਲ ਸੁਣਿਆ, ਮਨ ਨਾਲ ਵਿਸ਼ਵਾਸ ਕੀਤਾ ਅਤੇ ਜੀਵਨ 'ਚ ਪ੍ਰੈਕਟੀਕਲ ਕੀਤਾ, ਸੱਚਮੁੱਚ ਗਵਾਹੀਆਂ ਨਿਕਲ ਕੇ ਆਈਆਂ। ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਜਿੱਥੇ ਜਿੱਥੇ ਅਸੀਂ ਪਹਿਲਾਂ ਜਾਂਦੇ ਹਾਂ, ਜਿਸ ਪ੍ਰਕਾਰ ਨਾਲ ਅਸੀਂ ਪ੍ਰਮਾਤਮਾ ਦੀ ਭਗਤੀ ਕਰਦੇ ਸੀ, ਉਸ ਤਰੀਕੇ ਨਾਲ ਤਾਂ ਕਦੀ ਕੋਈ ਫਲ ਨਹੀਂ ਨਾ ਆਇਆ। ਅਸੀਂ ਹਮੇਸ਼ਾ ਝੋਲੀ ਫੈਲਾ ਛੱਡੀ, ਹੱਥ ਅੱਡ ਛੱਡੇ ਔਰ ਅਰਦਾਸ ਕਰਦੇ ਰਹੇ ਨਾ, ਸੁਖਨਾਵਾਂ ਸੁੱਖਦੇ ਰਹੇ। ਬਹੁਤ ਸਾਰੇ ਜੀਵਨਾਂ ਵਿੱਚ ਤਾਂ ਇਸ ਤਰ੍ਹਾਂ ਸੀ ਕਿ ਕੋਈ ਇੱਕਦਮ ਮੁਸ਼ਕਿਲ ਆ ਜਾਣੀ ਤੇ ਛੇਤੀ ਨਾਲ ਸੁੱਖਣਾ ਸੁੱਖ ਲੈਣੀ ਕਿ ਪਰਮਾਤਮਾ ਇਸ ਤਰ੍ਹਾਂ ਕਰ ਦੇਗਾ ਅਤੇ ਅਸੀਂ ਇੰਝ ਕਰ ਦਾਂਗੇ। ਅਸੀਂ ਸੋਚਣਾ ਕਿ ਪਰਮਾਤਮਾ ਨੂੰ ਕੋਈ ਸ਼ਰਤ ਲਾ ਲਈਏ ਨਾ ਤਾਂ ਫਿਰ ਛੇਤੀ ਕੰਮ ਕਰ ਦਿੰਦਾ, ਸੌਦੇਬਾਜ਼ੀ। ਪਰ ਕੁਛ ਵੀ ਨਹੀਂ ਹੁੰਦਾ ਰਿਹਾ। ਪਰ ਜਦੋਂ ਅਸੀਂ ਸੱਚਾਈ ਦਾ ਵਚਨ ਸੁਣਿਆ, ਸੱਚਾਈ ਦੇ ਵਚਨ ਦਾ ਮਤਲਬ ਹੁੰਦਾ ਐਕੂਰੇਟ, ਸਹੀ ਜਾਣਕਾਰੀ, ਪਰਮਾਤਮਾ ਦੇ ਬਾਰੇ ਦੀ ਸਹੀ ਜਾਣਕਾਰੀ, ਪਰਮਾਤਮਾ ਦੇ ਕੰਮ ਕਰਨ ਦਾ ਸਹੀ ਤਰੀਕਾ ਜਦੋਂ ਅਸੀਂ ਸੁਣਿਆ, ਉਸ ਤਰੀਕੇ ਵਿੱਚ ਸਾਨੂੰ ਦੱਸਿਆ ਗਿਆ ਪਰਮੇਸ਼ਰ ਤੋਂ ਪਿਤਾ ਆ, ਪਰਮੇਸ਼ਰ ਤੋਂ ਬਹੁਤ ਨਜ਼ਦੀਕ ਆ, ਪਰਮੇਸ਼ਰ ਤੋਂ ਆਪ ਚਾਹੁੰਦਾ ਹੈ ਕਿ ਤੁਸੀਂ ਜਲਦੀ ਬੋਲੋ ਔਰ ਮੈਂ ਉਸ ਤੋਂ ਵੀ ਜਲਦੀ ਕੰਮ ਕਰਾਂ। ਤਾਂ ਹੀ ਤਾਂ ਯੀਸ਼ੂ ਨੇ ਕਿਹਾ ਨਾ ਕਿ ਤੁਹਾਡਾ ਸਵਰਗੀ ਪਿਤਾ ਮੰਗਣ ਤੋਂ ਪਹਿਲਾਂ ਜਾਣਦਾ। ਇਹਦਾ ਮਤਲਬ ਕੀ ਅਸਲ 'ਚ? ਇਹਦਾ ਮਤਲਬ ਆ ਤੁਸੀਂ ਮੰਗਦੇ ਹੋ, ਤੁਸੀਂ ਤਾਂ ਸੋਚਦੇ ਹੋ ਔਰ ਫਿਰ ਮੰਗਦੇ ਹੋ, ਪਰ ਪਰਮੇਸ਼ਰ ਤੁਹਾਡੇ ਸੋਚਣ ਔਰ ਮੰਗਣ ਤੋਂ ਪਹਿਲਾਂ ਜਾਣਦਾ। ਔਰ ਜ਼ਿਆਦਾ ਕਾਹਲਾ ਆ ਕਿ ਉਹ ਉਤਾਵਲਾ ਆ ਕਿ ਉਹ ਤੁਹਾਡੇ ਜੀਵਨ 'ਚ ਕੰਮ ਕਰੇ। ਉਹ ਜੋ ਤੁਸੀਂ ਚਾਹੁੰਦੇ ਹੋ ਤੁਹਾਡੇ ਮੰਗਣ ਤੋਂ ਪਹਿਲਾਂ, ਇੱਥੋਂ ਤੱਕ ਕਿ ਜਿਸ ਚੀਜ਼ ਦਾ ਤੁਹਾਨੂੰ ਨਹੀਂ ਪਤਾ ਕਿ ਕੱਲ੍ਹ ਕੀ ਲੋੜ ਪੈਣੀ ਹੈ, ਪਹਿਲਾਂ ਜਾਣਦਾ। ਅਤੇ ਉਹ ਚਾਹੁੰਦਾ ਹੈ ਕਿ ਤੁਹਾਡੇ ਲਈ ਕਰੇ। ਪਰ ਸਾਨੂੰ ਤਰੀਕਾ ਨਹੀਂ ਸੀ ਨਾ ਪਤਾ, ਅਤੇ ਉਹਦੇ ਚਾਹੁਣ ਨਾਲ ਵੀ ਉਹ ਚੀਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। ਉਹ ਤਾਂ ਚਾਹੁੰਦਾ ਸੀ ਕਿ ਸਾਨੂੰ ਆ ਮਿਲੇ, ਪਰ ਸਾਨੂੰ ਤਰੀਕਾ ਨਾ ਪਤਾ ਹੋਣ ਦੀ ਵਜ੍ਹਾ ਨਾਲ ਪਰਮੇਸ਼ਰ ਨਹੀਂ ਸੀ ਕਰਦਾ। ਕਿਉਂਕਿ ਉਹ ਕੰਮ ਕਰਦਾ ਹੈ ਪਰ ਨਿਯਮਾਂ ਔਰ ਕਾਨੂੰਨਾਂ ਅਨੁਸਾਰ ਜੋ ਉਹਨੇ ਬਣਾਏ ਨੇ ਆਪ, ਉਹਨਾਂ ਨਿਯਮਾਂ ਔਰ ਕਾਨੂੰਨਾਂ ਦੇ ਅਨੁਸਾਰ ਪਰਮੇਸ਼ਰ ਕੰਮ ਕਰਦਾ। ਜਿਵੇਂ ਪਰਮੇਸ਼ਵਰ ਨੇ ਆਦਮ ਨੂੰ ਬਣਾਇਆ ਅਤੇ ਧਰਤੀ ਉੱਤੇ ਜੋ ਅਦਨ ਬਾਗ ਸੀ ਉਹਦੇ ਵਿੱਚ ਰੱਖਿਆ, ਜਿਹਦੇ ਵਿੱਚ ਕੋਈ ਦੁੱਖ, ਪਾਪ, ਸ਼ਰਾਪ, ਮੌਤ ਦਾ ਵਾਸਾ ਨਹੀਂ ਸੀ। ਪਰ ਪਰਮੇਸ਼ਰ ਨੇ ਆਦਮ ਨੂੰ ਵੀ ਆਪਣੇ ਸਰੂਪ 'ਤੇ ਬਣਾਇਆ, ਸਿੱਧ ਬਣਾਇਆ, ਜਿਹਦੇ ਵਿੱਚ ਕੋਈ ਕਮੀ ਨਹੀਂ ਸੀ। ਕੋਈ ਜਾਨਵਰ ਜਾਂ ਕੋਈ ਦੁਸ਼ਟ ਆਤਮਾ ਜਾਂ ਕੋਈ ਸਵਰਗਦੂਤ ਹੈ ਨਾ, ਉਹਦਾ ਮੁਕਾਬਲਾ ਕਰ ਨਹੀਂ ਸੀ ਸਕਦਾ ਔਰ ਨਾ ਹੀ ਉਹਦੇ ਖਿਲਾਫ ਉੱਠ ਸਕਦਾ ਸੀ। ਆਦਮ ਨੂੰ ਪਰਮੇਸ਼ਰ ਨੇ ਇਸ ਤਰ੍ਹਾਂ ਦਾ ਬਣਾਇਆ। ਔਰ ਆਦਮ ਦੀ ਉਮਰ ਦਾ ਪਰਮੇਸ਼ਵਰ ਨੇ ਕੋਈ ਲਿਮਿਟ ਨਹੀਂ ਠਹਿਰਾਇਆ ਸੀ ਕਿ ਇੰਨਾ ਚਿਰ ਤੱਕ ਜਿੰਦਾ ਰਹੇਗਾ, ਕੋਈ ਲਿਮਿਟ ਨਹੀਂ ਠਹਿਰਾਇਆ ਸੀ। ਔਰ ਬਹੁਤ ਸੁਪਰ ਨੈਚੁਰਲ ਪਾਵਰ ਆਦਮ ਸੀ। ਅਸੀਂ ਸੋਚਦੇ ਹਾਂ ਸਾਰੇ ਜੋ ਪਰਮੇਸ਼ਰ ਦੇ ਗਿਆਨ ਨੂੰ ਨਹੀਂ ਜਾਣਦੇ, ਅਸੀਂ ਸੋਚਦੇ ਹਾਂ ਕਿ ਇਨਸਾਨ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਬਣਿਆ ਕਿ ਉਹ ਜੰਮੇਗਾ ਔਰ ਮਰੇਗਾ। ਇਸ ਤਰ੍ਹਾਂ ਦਾ ਸਟਾਰਟਿੰਗ ਵੇਲੇ ਕੋਈ ਵੀ ਗੱਲਬਾਤ ਨਹੀਂ ਹੋਈ ਕਿ ਇਨਸਾਨ ਇਸ ਤਰ੍ਹਾਂ ਦਾ ਹੋਏਗਾ। ਪਰ ਪਰਮੇਸ਼ਰ ਦੇ ਸਹੀ ਗਿਆਨ ਨੂੰ ਛੱਡ ਦੇਣ ਦੇ ਕਾਰਨ ਇਨਸਾਨ ਉੱਤੇ ਬੁਰੇ ਦਿਨ ਕੀ ਹੋ ਗਏ, ਸ਼ੁਰੂ ਹੋ ਗਏ। ਜਿੱਥੇ ਉਹਨੂੰ ਰੱਖਿਆ ਗਿਆ ਸੀ ਉਹ ਜਗ੍ਹਾ ਇਸ ਤਰ੍ਹਾਂ ਦੀ ਨਹੀਂ ਸੀ ਜਿਸ ਤਰ੍ਹਾਂ ਦੀਆਂ ਅੱਜ ਅਸੀਂ ਜਗ੍ਹਾ ਵੇਖਦੇ ਹਾਂ ਨਾ। ਅੱਜ ਅਸੀਂ ਵੇਖਦੇ ਹਾਂ ਕਿਤੇ ਪਾਣੀ ਹੈ ਨਹੀਂ ਆ, ਅੱਜ ਅਸੀਂ ਵੇਖਦੇ ਹਾਂ ਕਿਤੇ ਰੁੱਖ ਹੈ ਨਹੀਂ ਆ, ਅੱਜ ਅਸੀਂ ਵੇਖਦੇ ਹਾਂ ਕਿਤੇ ਖਾਣਾ ਹੈ ਨਹੀਂ ਆ, ਅੱਜ ਅਸੀਂ ਵੇਖਦੇ ਹਾਂ ਕਿਤੇ ਗਿਆਨ ਹੈ ਨਹੀਂ ਆ, ਅੱਜ ਅਸੀਂ ਕਿਤੇ ਵੇਖਦੇ ਹਾਂ ਪੜ੍ਹਾਈ ਨਹੀਂ ਹੈਗੀ, ਹੈ ਨਾ। ਕਈ ਜਗ੍ਹਾ ਅਸੀਂ ਇਸ ਤਰ੍ਹਾਂ ਦੀਆਂ ਵੇਖਦੇ ਹਾਂ ਨਾ। ਦੁਨੀਆ ਦੀ ਸਾਰੀ ਜਗ੍ਹਾ ਵਧੀਆ ਵੀ ਨਹੀਂ ਆ, ਸਾਰੀ ਘਟੀਆ ਵੀ ਨਹੀਂ ਆ। ਪਰ ਜਦੋਂ ਪਰਮੇਸ਼ਰ ਨੇ ਆਦਮ ਨੂੰ ਬਣਾਇਆ ਉਦੋਂ ਪੂਰੀ ਦੀ ਪੂਰੀ ਧਰਤੀ ਆਸ਼ਿਸ਼ਤ ਸੀ। ਜਦੋਂ ਪਰਮੇਸ਼ਵਰ ਨੇ ਆਦਮ ਨੂੰ ਬਣਾਇਆ, ਪੂਰੀ ਦੀ ਪੂਰੀ ਧਰਤੀ ਫਲਵੰਤ, ਆਸ਼ਿਸ਼ਤ, ਭਰਪੂਰ ਸੀ, ਕਿਉਂਕਿ ਪਾਪ ਹਾਲੇ ਆਇਆ ਨਹੀਂ ਸੀ। ਦੁਸ਼ਟ ਨੇ ਸੋਚਿਆ, ਜੋ ਕਿ ਸਵਰਗ ਤੋਂ ਕੱਢਿਆ ਹੋਇਆ ਇੱਕ ਫਰਿਸ਼ਤਾ ਜਿਹਦਾ ਨਾਮ ਲੂਸੀਫਰ ਆ ਔਰ ਬਾਅਦ ਵਿੱਚ ਉਹ ਸ਼ੈਤਾਨ ਬਣ ਗਿਆ,
ਉਹਦੇ ਮਨ ਨੇ ਕਲਪਨਾ ਕੀਤੀ, ਵਿਚਾਰ ਕੀਤਾ, ਚਾਹਤ ਕੀਤੀ, ਮੈਂ ਸਰਵ ਸ਼ਕਤੀਮਾਨ ਪਰਮਾਤਮਾ ਤੋਂ, ਉਸ ਪਰਮ ਪ੍ਰਧਾਨ ਤੋਂ ਵੀ ਉੱਪਰ ਸਿੰਘਾਸਨ ਬਣਾ ਕੇ ਰਵਾਂਗਾ, ਪਰਮੇਸ਼ਵਰ ਨਾਲੋਂ ਵੀ ਬਹੁਤ ਜ਼ਿਆਦਾ ਮਹਾਨ ਬਣ ਜਾਵਾਂਗਾ। ਪਰ ਉਹ ਆਪਣੀ ਇਸ ਗਲਤ ਔਰ ਨਿਕੰਮੀ ਔਰ ਬੁਰੀ ਖਵਾਹਿਸ਼ ਦੇ ਕਾਰਨ ਨੀਚੇ ਸੁੱਟਿਆ ਗਿਆ। ਜਦੋਂ ਨੀਚੇ ਸੁੱਟਿਆ ਗਿਆ, ਬਾਹਰ ਕੱਢਿਆ ਗਿਆ, ਮਤਲਬ ਸਵਰਗ ਚੋਂ ਬਾਹਰ ਕੱਢਿਆ ਗਿਆ। ਔਰ ਜਦੋਂ ਸਵਰਗ ਚੋਂ ਬਾਹਰ ਕੱਢਿਆ ਗਿਆ, ਉਹਦੇ ਬਾਹਰ ਕੱਢਣ ਤੋਂ ਬਾਅਦ ਵਿੱਚ ਆਦਮ ਦੀ ਉਤਪੱਤੀ ਹੋਈ ਸੀ। ਔਰ ਦੁਸ਼ਟ ਨੂੰ ਵੀ ਇਹ ਹੁਕਮ ਸੀ, ਔਰ ਦੁਸ਼ਟ ਨੂੰ ਵੀ ਇਹ ਪਤਾ ਲੱਗ ਗਿਆ ਸੀ ਕਿ ਪਰਮੇਸ਼ਵਰ ਨੇ ਜਿਹਨੂੰ ਆਪਣੇ ਸਰੂਪ 'ਤੇ ਬਣਾਇਆ, ਮੈਨੂੰ ਉਹਦੀ ਹਕੂਮਤ, ਮੈਨੂੰ ਉਹਦੀ ਗੱਲ ਮੰਨਣੀ ਪਏਗੀ, ਔਰ ਉਹਦੇ ਤੋਂ ਥੋੜ੍ਹਾ ਡਰ ਕੇ ਔਰ ਪਰੇ ਰਹਿਣਾ ਪਏਗਾ। ਉਹਨੂੰ ਪਤਾ ਲੱਗ ਗਿਆ ਸੀ ਅਤੇ ਉਹ ਇਸ ਗੱਲ ਵਿੱਚ ਸ਼ਰਮਿੰਦਾ ਹੁੰਦਾ ਸੀ ਕਿ ਮੈਂ ਤਾਂ ਸਵਰਗ ਦਾ ਦੂਤ ਹਾਂ, ਪਰਮੇਸ਼ਵਰ ਦੇ ਨਜ਼ਦੀਕ ਰਹਿਣ ਵਾਲਾ, ਇਹ ਤਾਂ ਮਿੱਟੀ ਤੋਂ ਬਣਿਆ, तो मेरे उत्ते राज करेगा तो मेरी तो बहुत बेइज्जती हो जाएगी। तो उसने धोखे नाल, चालसाजी नाल परमेश्वर की कृपा तो आदम नूं की कर दिता, दूर कर दिता। जो महिमामय शरीर, जिवें अगर उस समय कोई आदम नूं वेखदा तो लिखतां ते कहंदियां ने कि आदम नंगा सी, पर कोई उस समय अगर आदम नूं वेखदा तो आदम नंगा दिखाई नहीं दिंदा, उहदी पत्नी नंगा दिखाई नहीं दिंदी। ਉਹ ਇੰਜ ਦਿਖਾਈ ਦਿੰਦੇ ਸੀ ਜਿਵੇਂ ਜੋਤ ਹੈ ਕੋਈ, ਇੰਜ ਦਿਖਾਈ ਦਿੰਦੇ ਸੀ ਕਿ ਉਹ ਪਰਮੇਸ਼ਰ ਦੀ ਮਹਿਮਾ ਨਾਲ ਢੱਕੇ ਹੋਏ ਸੀ। ਔਰ ਉਹ ਨਗਨ ਖੁਦ ਨੂੰ ਕਦੋਂ ਫੀਲ ਕਰਨ ਲੱਗੇ ਤੇ ਵੇਖਣ ਲੱਗੇ, ਜਦੋਂ ਉਹਨਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਤੋੜਿਆ, ਪਾਪ ਕੀਤਾ ਔਰ ਉਸ ਮਹਿਮਾ ਤੋਂ ਰਹਿਤ ਹੋ ਗਏ। ਉਹ ਆਤਮਾ ਜਿਹਦੇ ਨਾਲ ਢੱਕੇ ਹੋਏ ਸੀ ਚਲਾ ਗਿਆ। ਪਰ ਪਰਮੇਸ਼ਵਰ ਸਦਾ ਐਡਵਾਂਸ ਹੈ, ਪਰਮੇਸ਼ਵਰ ਸਦਾ ਅੱਗੇ ਆ, ਪਰਮੇਸ਼ਵਰ ਸਦਾ ਜੀਵਿਤ ਆ। ਉਹ ਕਹਿੰਦਾ ਕਿ ਮੇਰੇ ਖਿਆਲ ਔਰ ਤੁਹਾਡੇ ਖਿਆਲ ਇੱਕੋ ਜਿਹੇ ਨਹੀਂ ਆ। ਮੇਰੇ ਖਿਆਲ ਔਰ ਤੁਹਾਡੇ ਖਿਆਲਾਂ ਵਿੱਚ ਜ਼ਮੀਨ ਔਰ ਆਸਮਾਨ ਦਾ ਫਰਕ ਆ। ਮੈਂ ਕੀ ਬੋਲਿਆ? ਤੁਹਾਡੇ ਔਰ ਸਾਡੇ ਖਿਆਲਾਂ ਵਿੱਚ, ਪਰਮੇਸ਼ਰ ਦੇ ਖਿਆਲਾਂ ਵਿੱਚ ਜ਼ਮੀਨ ਆਸਮਾਨ ਦਾ ਕੀ ਆ? ਫਰਕ ਆ। ਅੱਜ ਪਰਮੇਸ਼ਰ ਤੋਂ ਇਨਸਾਨ ਇੰਨਾ ਦੂਰ ਆ ਕਿ ਬਹੁਤ ਸਾਰੇ ਲੋਕ ਤਾਂ ਇਹ ਬੋਲਦੇ ਨੇ ਪਰਮੇਸ਼ਰ ਹੈਗਾ ਹੀ ਨਹੀਂ। ਕੀ ਬੋਲਦੇ ਨੇ? ਹੈਗਾ ਹੀ ਨਹੀਂ। ਜਿਵੇਂ ਗੁੜ ਕਈ ਕਿਸਮ ਦਾ, ਤਾਂ ਬਹੁਤ ਸਾਰੇ ਲੋਕ ਸੋਚਦੇ ਅਸਲੀ ਗੁੜ ਕਿੱਥੇ ਲੱਭਦਾ। ਸ਼ਾਇਦ ਕਈ ਕਿਸਮ ਦਾ ਹੋ ਗਿਆ, ਮਿਲਾਵਟਾਂ ਹੋ ਗਈਆਂ ਨਾ, ਤਾਂ ਸੋਚਦੇ ਲੋਕ ਹਰ ਇੱਕ ਕੋਈ ਕੀ ਬੋਲਦਾ, ਅਸਲੀ ਕਿੱਥੇ ਲੱਭਦਾ। ਔਰ ਦੁੱਧ ਵੀ ਬੜੀ ਤਰ੍ਹਾਂ ਦਾ ਹੋ ਗਿਆ ਹੁਣ, ਤਾਂ ਲੋਕ ਕੀ ਬੋਲਦੇ ਆਪਣੇ ਮੂੰਹ ਤੋਂ, ਦੁੱਧ ਅਸਲੀ ਹੁਣ ਕਿੱਥੇ ਮਿਲਦਾ। ਖਾਣੇ ਖੁਰਾਕ ਬਾਰੇ ਵੀ ਲੋਕ ਬੋਲਦੇ, ਉਹ ਹੁਣ ਵਧੀਆ ਕਿੱਥੇ ਮਿਲਦੀ। ਇੰਜ ਕਰਕੇ ਹੀ ਲੋਕਾਂ ਦੇ ਅੰਦਰ ਇਹ ਦੁਸ਼ਟ ਨੇ ਭਰ ਦਿੱਤਾ। ਔਰ ਉਹ ਬੋਲਦੇ ਨੇ ਕਿ ਹੁਣ ਪਰਮੇਸ਼ਰ ਕਿੱਥੇ ਆ, ਜਾਂ ਕਹਿੰਦੇ ਨੇ ਪਰਮੇਸ਼ਰ ਹੈਗਾ ਹੀ ਨਹੀਂ ਆ, ਜਾਂ ਕਹਿੰਦੇ ਸਾਡੀ ਤਾਂ ਸੁਣਦਾ ਨਹੀਂ ਆ। ਉਹ ਕਹਿੰਦੇ ਹਾਂ ਲੋਕਾਂ ਲਈ ਹੋਊਗਾ, ਮੇਰੇ ਲਈ ਤਾਂ ਨਹੀਂ ਹੈਗਾ, ਕਿਉਂਕਿ ਮੇਰੇ ਨਾਲ ਕੋਈ ਕੰਮ ਨਹੀਂ ਹੋਇਆ। ਕਾਰਨ ਕੀ ਆ? ਕਿਉਂ ਇਸ ਤਰ੍ਹਾਂ ਬੋਲਦਾ? ਕਿਉਂਕਿ ਉਹਨੂੰ ਸਹੀ ਤਰ੍ਹਾਂ ਜਾਣਦਾ ਨਹੀਂ ਆ। ਜੇਕਰ ਸਹੀ ਤਰ੍ਹਾਂ ਜਾਣੇ ਔਰ ਚੱਲੇ ਤਾਂ ਇਹ ਕਹਿਣ ਦੀ ਨੌਬਤ ਨਹੀਂ ਆਏਗੀ ਕਿੱਥੇ ਪਰਮੇਸ਼ਰ, ਮੇਰੇ ਲਈ ਤਾਂ ਨਹੀਂ ਹੈਗਾ। ਪਰਮੇਸ਼ਰ ਮੈਂ ਕਿਹਾ ਹਮੇਸ਼ਾ ਐਡਵਾਂਸ ਆ, ਹਮੇਸ਼ਾ ਅੱਗੇ ਆ, ਹਮੇਸ਼ਾ ਉੱਚਾ ਆ, ਹਮੇਸ਼ਾ ਸੱਚਾ ਆ। ਕੋਈ ਇਨਸਾਨ ਉਹਨੂੰ ਝੂਠਾ ਨਹੀਂ ਠਹਿਰਾ ਸਕਦਾ, ਔਰ ਕੋਈ ਇਨਸਾਨ ਆਪ ਉਹਦੇ ਸਾਹਮਣੇ ਧਰਮੀ ਨਹੀਂ ਆ। ਪਰਮੇਸ਼ਰ ਸਿੱਧ ਆ ਔਰ ਇਨਸਾਨ ਅਧੂਰਾ ਆ। ਔਰ ਜੋ ਦੁਸ਼ਟ ਨੇ ਸੋਚਿਆ ਕਿ ਆਦਮ ਨੂੰ ਮੈਂ ਇਸ ਸ਼ਾਨਦਾਰ ਜਗ੍ਹਾ ਤੋਂ, ਕਿਉਂਕਿ ਸਵਰਗ ਸਭ ਤੋਂ ਸ਼ਾਨਦਾਰ ਜਗ੍ਹਾ ਸੀ, ਲੂਸੀਫਰ ਉਸ ਜਗ੍ਹਾ ਤੋਂ ਕੱਢਿਆ ਗਿਆ, ਤਾਂ ਉਹਨੇ ਵੇਖਿਆ ਕਿ ਔਰ ਕਿਤੇ ਕੋਈ ਸ਼ਾਨਦਾਰ ਜਗ੍ਹਾ ਨਹੀਂ ਹੈਗੀ। ਪਰ ਜਦੋਂ ਉਹਨੇ ਆਦਮ ਦੀ ਵਾਟਿਕਾ ਨੂੰ ਵੇਖਿਆ ਜਿਹਦੇ ਵਿੱਚ ਆਦਮ ਰੱਖਿਆ ਗਿਆ, ਤੇ ਉਹਨੇ ਕਿਹਾ ਇਹ ਤਾਂ ਬਹੁਤ ਹੀ ਸ਼ਾਨਦਾਰ ਜਗ੍ਹਾ ਹੈ, ਇੱਥੇ ਰਿਹਾ ਜਾ ਸਕਦਾ। ਤਾਂ ਉੱਥੇ ਉਹ ਰਹਿ ਨਹੀਂ ਸਕਦਾ, ਕਿਉਂਕਿ ਉੱਥੋਂ ਦਾ ਰਾਜਾ ਤੋਂ ਪਰਮੇਸ਼ਰ ਨੇ ਆਦਮ ਨੂੰ ਬਣਾ ਦਿੱਤਾ ਸੀ। ਤਾਂ ਉਹਨੇ ਸੋਚਿਆ ਇਸ ਰਾਜਾ ਨੂੰ ਕਿਵੇਂ ਕੱਢਿਆ ਜਾਵੇ ਔਰ ਇੱਥੇ ਰਿਹਾ ਜਾਵੇ। ਤਾਂ ਉਹਨੇ ਧੋਖੇ ਦੇ ਨਾਲ ਆਦਮ ਨੂੰ ਕਢਾਤਾ ਔਰ ਸੋਚਿਆ ਤਾਂ ਮੈਂ ਇੱਥੇ ਰਵਾਂਗਾ ਔਰ ਰਾਜ ਕਰਾਂਗਾ। ਪਰ ਪਰਮੇਸ਼ਰ ਨੇ ਉਸ ਜਗ੍ਹਾ 'ਤੇ ਸਵਰਗਦੂਤਾਂ ਦਾ ਨਿਗਰਾਨੀ ਉਸ ਜਗ੍ਹਾ 'ਤੇ ਠਹਿਰਾਤੀ, ਔਰ ਧਰਤੀ ਤੋਂ ਇਸ ਸਮੇਂ ਤੋਂ ਆਦਮ ਦੀ ਵਾਟਿਕਾ ਜਿਹੜੀ ਆ ਉਹ ਢੱਕ ਲਈ ਗਈ ਆ, ਅਲੋਪ ਕਰ ਦਿੱਤੀ ਗਈ ਆ, ਅਦ੍ਰਿਸ਼ਯ ਕਰ ਦਿੱਤੀ ਗਈ ਆ, ਤਾਂ ਕਿ ਮਨੁੱਖ ਨੂੰ ਵੇਖ ਨਾ ਸਕੇ ਜਾਂ ਉਹਦੇ ਤੱਕ ਪਹੁੰਚ ਨਾ ਸਕੇ। ਪਰ ਮੈਂ ਹੁਣੇ ਕਹਿ ਕੇ ਹਟਿਆ ਹਾਂ ਕਿ ਪਰਮੇਸ਼ਰ ਐਡਵਾਂਸ ਆ, ਪਰਮੇਸ਼ਰ ਸੱਚਾ ਸੁੱਚਾ ਬਹੁਤ ਐਡਵਾਂਸ ਆ, ਬਹੁਤ ਤੁਹਾਡੇ ਸੋਚਣ ਔਰ ਮੰਗਣ ਤੋਂ ਹੱਦ ਵਧੀਕ ਔਰ ਪਹਿਲਾਂ ਕੰਮ ਕਰ ਸਕਦਾ। ਤਾਂ ਪਰਮੇਸ਼ਰ ਨੇ ਦੁਸ਼ਟ ਦੀ ਚਾਲ ਦੇ ਉੱਤੇ ਔਰ ਕੀ ਮਹਾਨ ਚੀਜ਼ ਕੀਤੀ।
आदम नूं साह फूक के जीवित प्राणी बनाया सी और अपने स्वरूप ते। पर परमेश्वर उसे घड़ी ਜਦੋਂ ਦੁਸ਼ਟ ਨੇ ਆਪਣੇ ਮਨ ਵਿੱਚ ਸੋਚਿਆ ਸੀ ਆਦਮ ਦੇ ਕੋਲੋਂ ਵੀ ਮਹਿਮਾ ਨੂੰ ਖੋਹ ਲੈਣਾ ਔਰ ਆਦਮ ਨੂੰ ਵੀ ਆਪਣੇ ਜਿਹਾ ਬਣਾ ਦੇਣਾ, ਉਸੇ ਘੜੀ ਪਰਮੇਸ਼ਵਰ ਨੇ ਤਾਂ ਉਸ ਆਦਮ ਨੂੰ ਔਰ ਵੀ ਪਵਿੱਤਰ ਔਰ ਵੀ ਵਧੀਆ ਬਣਾਉਣ ਦੇ ਲਈ ਯੋਜਨਾ ਬਣਾ ਲਈ ਸੀ। ਉਸੇ ਸਮੇਂ ਬੋਲ ਦਿੱਤਾ ਮਸੀਹ ਆਏਗਾ। ਕੌਣ ਆਏਗਾ? ਮਸੀਹ ਆਏਗਾ। ਔਰ ਮਸੀਹ ਦੇ ਕੋਲੋਂ ਜਾਣਕਾਰੀ ਲੈ ਕੇ ਮਸੀਹ ਨੂੰ ਆਪਣਾ ਗੁਰੂ ਔਰ ਪ੍ਰਭੂ ਮੰਨ ਕੇ ਹਰੇਕ ਵਿਸ਼ਵਾਸ ਕਰਨ ਵਾਲਾ ਆਦਮ ਦੇ ਜੀਵਨ ਤੋਂ ਵੀ ਵਧੀਆ ਜੀਵਨ 'ਚ ਆ ਜਾਏਗਾ। ਔਰ ਉਹ ਅੱਜ ਉਪਲਬਧ ਹੋ ਗਿਆ। ਜਿਹੜਾ ਵੀ ਕੋਈ ਅੰਗੀਕਾਰ ਕਰਦਾ ਉਹ ਸਰਗਦੂਤਾਂ ਨਾਲੋਂ ਵੀ ਉੱਤਮ ਆ, ਦੁਸ਼ਟ ਨਾਲੋਂ ਤਾਂ ਉੱਤਮ ਹੈ ਹੀ ਹੈ ਵਾ, ਔਰ ਉਸ ਆਦਮ ਨਾਲੋਂ ਵੀ ਕਈ ਹਜ਼ਾਰ ਕਰੋੜ ਗੁਣਾ ਕੀ ਆ, ਉੱਤਮ ਆ। ਕਿਉਂਕਿ ਪਰਮੇਸ਼ਵਰ ਨੇ ਆਪਣਾ ਆਤਮਾ ਹਰੇਕ ਵਿਸ਼ਵਾਸ ਕਰਨ ਵਾਲੇ ਨੂੰ ਦੇ ਦਿੱਤਾ। ਔਰ ਦੁਸ਼ਟ ਨੇ ਤਾਂ ਸੋਚਿਆ ਸੀ ਆਦਮ ਦੀ ਵਾਟਕਾ 'ਚੋਂ ਆਦਮ ਨੂੰ ਕੀ ਕਰਾਂਗਾ, ਬਾਹਰ ਕਢਾਵਾਂਗਾ। और दुष्ट ने तो सोचा कि धरती पूरी श्रापित हो जाएगी और परमेश्वर जिस दुनिया को बनाना चाहता उस श्राप हेठा रहेगी। पर परमेश्वर ने श्राप नूं बरकत विच बदलण लई अपने पुत्र नूं घल दिता, उहदे द्वारा अपना वचन दिता, आत्मा दिता, हरेक विश्वास करने वाले नूं आत्मा दिता। और जदों हरेक विश्वास करने वाले नूं आत्मा दिता तो उहदे विश्वास दे कारण उहदा जीवन ਸ਼ਰਾਪ ਤੋਂ ਆਸ਼ੀਸ਼ ਵਿੱਚ ਬਦਲ ਗਿਆ। ਉਹ ਜਿਨ੍ਹਾਂ ਨਾਲ ਪਰਮੇਸ਼ਵਰ ਦੀ ਗੱਲ ਸ਼ੇਅਰ ਕਰਦਾ ਆ ਉਹਨਾਂ ਦੇ ਜੀਵਨ ਵੀ ਮੌਤ ਤੋਂ ਜੀਵਨ 'ਚ, ਹਨੇਰੇ ਤੋਂ ਚਾਨਣ ਵਿੱਚ, ਸ਼ਰਾਪ ਤੋਂ ਆਸ਼ੀਸ਼ ਵਿੱਚ ਆ ਜਾਂਦੇ ਆ ਜਿੰਨੇ ਲੋਕ ਵਿਸ਼ਵਾਸ ਕਰਦੇ ਆ। ਔਰ ਪਰਮੇਸ਼ਵਰ ਨੇ ਔਰ ਵੀ ਉੱਤਮ ਕੀ ਠਹਿਰਾਤਾ, ਇੱਕ ਸਮਾਂ ਆਏਗਾ ਅਦਨ ਤੋਂ ਕੁਝ ਵੀ ਨਹੀਂ, ਧਰਤੀ ਤੋਂ ਕੁਝ ਵੀ ਨਹੀਂ, ਮੇਰੇ ਸੱਜੇ ਹੱਥ ਮਸੀਹ ਦੇ ਨਾਲ ਲੋਕ ਰਹਿਣਗੇ। ਤੋ ਕਿੰਨਾ ਉੱਪਰ ਪਰਮੇਸ਼ਵਰ ਨੇ ਚੁੱਕਤਾ। दुष्ट ने तो अदन की वाटिका चों बाहर कढ़िया कि अच्छी जगह ते परमेश्वर का बनाया होया जन रहना नहीं चाहिए। पर परमेश्वर ने की सोचा, उस तो भी उपर रहेगा। और परमेश्वर ने की सोचा, लूसीफर तो मेरे कदे सज्जे हथ नहीं बैठा, पर मसीह और उहदे लोग मेरे सज्जे हथ की करनगे, बैठणगे। और परमेश्वर ने क्या भी पौलुस दे द्वारा वो कहंदा कि तुसीं हुण ओपरे मतलब पराए, परदेसी या मुसाफिर नहीं, परमेश्वर के घराने के लोग बन गए हो। और तुहाडा स्थान परमेश्वर के सज्जे हथ का स्थान है, जिथे मसीह पिता के सज्जे हथ बैठा। तुहाडा अधिकार उत्थों तक का अधिकार आ। ये गल सचमुच है। और जिहड़े इस गल का विश्वास करते आ इस धरती उत्ते परमेश्वर की महान महिमा समर्था नूं प्रगट कर सकते आ, रोगियां नूं चंगा कर सकते हैं, अन्य भाषा बोल सकते, दुष्ट आत्मा नूं कढ सकते हैं, और पूरी दुनिया के लोगों नूं इस सच्चाई का संदेश दे भी सकते हैं और जोड़ भी सकते हैं। क्योंकि आकाश और पृथ्वी का अधिकार यीशु मसीह नूं और यीशु मसीह तो बाद विश्वासियों नूं मिल गया। और तुसीं हुण इह चाहत नूं लगातार रोज़ करया करो, है ना। इधर उधर दियां चाहतां छड्ड के मेरा ये हो जाए वो हो जाए, चाहत करया करो पिता जी आत्मिक अखां खोल दो, आत्मिक ज्ञान सानूं दे दो। अगर परमेश्वर दे कोलों मंगोगे आत्मिक अखां साडियां खुल जाण, आत्मिक ज्ञान और आ जाए जिस तो तुहाडा वचन बोल सकीए, तो तुहाडे जीवन दे द्वारा और भी परमेश्वर वड्डे वड्डे कामां नूं करूगा, और भी ज़्यादा। पता है असीं कदी कदी की करदे हां, जिवें पंजाब विच एक सिस्टम हुंदा सी, छोटियां छोटियां दुकानां, और बच्चे चीज़ी लैण, बच्चे कोई खंड चावल लैण जांदे सी ना, चीनी चावल दुध, तो उन्होंने मन च एक लालच हुंदा सी, मैं सौदा लैन जाऊँगा और उन्होंने कहूँगा मैनू झूंगा दे। मतलब जिन्हों अज अंग्रेजी च कहंदे आ फ्रिज लो तो एक छोटा ऑफर प्रैस भी मिल सकती है। इस्त्री है ना, इस्त्री कपड़े प्रैस करने वाली वो भी मिल सकती है। तो वो उस ऑफर नूं पुरानी पंजाबी विच कहंदे ने झूंगा। तो बच्चों नूं ओहदा बड़ा लालच। तो बहुत सारे विश्वासी तो सोचते आ बस पैसे मिल जान, काम बन जाए, नौकरी मिल जाए, ये वो आ। परमेश्वर कहता ये तो झूंगा आ, मतलब ये तो लिटिल ऑफर आ, ये उत्ते तुसीं मत डुलो, ये उत्ते मन मत लाओ, मैं तो कुछ बड़ा करन दी सोच रहा। तुसीं क्यों सोच रहे हो कि झूंगा देना परमेश्वर ने? वो कहता जो चीज़ां तुसीं मंगदे हो झूंगा ही आ, मतलब वो एक लिटिल ऑफर आ और कुछ भी नहीं है, स्मॉल ऑफर आ, वो कुछ भी नहीं है। वो पिछे पिछे भजन की लोड़, दुनिया दी सारियां वस्तुआं झूंगा आ,
परमेश्वर के उस वरदान के सामने जो उन्हें सानू दिता कि असी अनंत जीवन जीए, असी परमेश्वर के पुत्र धियां होइए और मसीह दे नाल पिता दे सज्जे हत्थ बैठीए। ये सर्वोपरि सर्वोत्तम गल आ। और धरती दी जिन्नियां पदार्थां है ये तो लिटिल ऑफर है, बहुत छोटिया छोटिया गल्लां है। नहीं मंगोगे तद भी परमेश्वर दे देगा। तुसी अजकल ये प्रार्थना या ये चाहत करना शुरू करो, परमेश्वर जदों असी वचन बोलीए कोई भी वो बार बार ਜਿਹੜੇ ਸਾਡੇ ਮੂੰਹ ਚੋਂ ਪੁਰਾਣੀਆਂ ਪੁਰਾਣੀਆਂ ਗੱਲਾਂ ਨਿਕਲਦੀਆਂ ਉਹ ਨਹੀਂ, ਤੁਹਾਡੇ ਸਵਰਗ ਤੋਂ ਨਵੀਆਂ ਗੱਲਾਂ ਆਉਣ। ਕਿਉਂਕਿ ਨਵਾਂ ਗਿਆਨ ਜਿਵੇਂ ਯੀਸ਼ੂ ਮਸੀਹ ਨੂੰ ਪਰਮੇਸ਼ਰ ਦਿੰਦਾ ਸੀ ਬੋਲਣ ਦੇ ਲਈ, ਪੌਲਸ ਨੂੰ ਦਿੰਦਾ ਸੀ, ਤੁਹਾਨੂੰ ਵੀ ਦੇ ਸਕਦਾ। ਨਵਾਂ ਨਵਾਂ ਗਿਆਨ ਪਰਮੇਸ਼ਰ ਤੋਂ ਲੈਣਾ ਸ਼ੁਰੂ ਕਰੋ। ਜਦ ਵੀ ਤੁਸੀਂ ਵਚਨ ਬੋਲੋ ਉਹ ਆਵੇ, ਪਰ ਹਾਂ ਉਹ ਕਿਸ ਤਰ੍ਹਾਂ ਆਵੇਗਾ ਉਹਦੇ ਲਈ ਇੱਕ ਆਪਸ਼ਨ ਤੋਂ ਮੈਂ ਤੁਹਾਨੂੰ ਦੇ ਸਕਦਾ ਹਾਂ। ਜੋ ਟੈਲੀਗ੍ਰਾਮ 'ਤੇ ਔਰ ਵਟਸਐਪ 'ਤੇ ਸਿੱਖਿਆਵਾਂ ਵੱਡੇ ਸਰ ਜੀ ਦੀਆਂ ਉਹਨਾਂ ਦੇ ਨਾਲ ਬੈਠੇ ਮਜ਼ਦੂਰਾਂ ਦੀਆਂ ਤੁਸੀਂ ਸੁਣਦੇ ਹੋ ਜਾਂ ਕਲੀਸਿਆ 'ਚੋਂ ਗਵਾਹੀਆਂ ਔਰ ਵਚਨ ਸੁਣਦੇ ਹੋ, ਉਹਨਾਂ ਨੂੰ ਆਪਣੇ ਮਨ ਦੀ ਮਧਾਣੀ ਵਿੱਚ ਮੰਥਨ ਕਰਿਆ ਕਰੋ, ਰਿੜਕਿਆ ਕਰੋ, ਸੁਣਿਆ ਵੀ ਕਰੋ ਔਰ ਮਨਨ ਵੀ ਥੋੜ੍ਹਾ ਜਿਹਾ ਕਰੋ ਔਰ ਮੰਗੋ ਤੇਜ਼ ਤੇ ਚਾਹਤ ਨਾਲ। ਪਿਤਾ ਜੀ ਜਿਵੇਂ ਇਹਨਾਂ ਦੇ ਦੁਆਰਾ ਵੱਡੇ ਵੱਡੇ ਕੰਮ ਹੋ ਰਹੇ, ਨਵੇਂ ਨਵੇਂ ਕੰਮ ਹੋ ਰਹੇ ਆ, ਸਾਨੂੰ ਵੀ ਚਾਹੀਦੇ ਔਰ ਤੁਸੀਂ ਦੇ ਚੁੱਕੇ ਹੋ। ਮਜ਼ਦੂਰ ਸਾਨੂੰ ਵੀ ਚਾਹੀਦੇ ਹੋ, ਤੁਸੀਂ ਦੇ ਚੁੱਕੇ ਹੋ। ਔਰ ਉਹ ਆਤਮਿਕ ਗਿਆਨ ਜੋ ਆਤਮਾ ਤੋਂ ਹੁੰਦਾ, ਅਰਥਾਤ ਆਤਮਿਕ ਗੱਲਾਂ ਜਿਵੇਂ ਹੁਣੇ ਅਸੀਂ ਬੈਠੇ ਆ ਨਾ, ਤਾਂ ਕਿਵੇਂ ਨਵੀਆਂ ਨਵੀਆਂ ਗੱਲਾਂ ਆ ਰਹੀਆਂ, ਤਾਂ ਇਹ ਆ ਪਰਮੇਸ਼ਰ ਦਾ ਗਿਆਨ। ਪਰਮੇਸ਼ਰ ਵੱਲੋਂ ਆਏਗਾ। ਤੁਹਾਨੂੰ ਮੰਗਣਾ ਸ਼ੁਰੂ ਕਰੋ। ਤੁਹਾਡੇ 'ਚ ਹਰੇਕ ਦੇ ਦੁਆਰਾ ਪਰਮੇਸ਼ਵਰ ਬਹੁਤ ਬਹੁਤ ਦੂਸਰਿਆਂ ਨੂੰ ਉਤਸ਼ਾਹਿਤ ਕਰ ਸਕਦਾ, ਬਹੁਤ ਬਹੁਤ ਚੋਖੇ ਜੀਵਨ ਨੂੰ ਤੁਹਾਡੇ ਹਰੇਕ ਦੇ ਦੁਆਰਾ ਦੇ ਸਕਦਾ। ਅਗਰ ਤੁਸੀਂ ਸਕੂਲ ਜਾਣ ਵਾਲੇ ਹੋ, ਕਾਲਜ ਜਾਣ ਵਾਲੇ ਹੋ, ਕੰਮ 'ਤੇ ਜਾਣ ਵਾਲੇ ਹੋ, ਨੌਕਰੀ 'ਤੇ ਜਾਣ ਵਾਲੇ ਹੋ, ਪਰਮੇਸ਼ਰ ਨੂੰ ਬੋਲੋ, ਪਰਮੇਸ਼ਰ ਇੱਥੇ ਵੀ ਤੁਹਾਡੇ ਬਹੁਤ ਸਾਰੇ ਜੋ ਚੁਣੇ ਲੋਕ ਹੈਗੇ ਨੇ, ਉਹਨਾਂ ਨੂੰ ਤੁਸੀਂ ਪ੍ਰਗਟ ਕਰ ਚੁੱਕੇ, ਸਾਡੇ ਦੁਆਰਾ ਬਚਾ ਚੁੱਕੇ ਤੁਸੀਂ ਸਾਡੇ ਦੁਆਰਾ। ਰਿਸ਼ਤੇਦਾਰ ਭੈਣ ਭਰਾਵਾਂ ਦੇ ਲਈ, ਆਪਣੇ ਪਿੰਡ ਦੇ ਲਈ, ਆਪਣੇ ਪਿੰਡ ਦੇ ਲਾਗੇ ਛਾਗੇ ਦੇ ਲੋਕਾਂ ਦੇ ਲਈ ਤੁਸੀਂ ਚਾਹਤ ਕਰਨਾ ਸ਼ੁਰੂ ਕਰੋ। ਔਰ ਪਰਮੇਸ਼ਵਰ ਤੁਹਾਨੂੰ ਪਤਾ ਨਹੀਂ ਲੱਗੇਗਾ, ਤੁਹਾਡੇ ਬਿਨਾਂ ਭੱਜ ਦੌੜ ਕੀਤਿਆਂ, ਬਿਨਾਂ ਕਠਿਨ ਮਿਹਨਤ ਕੀਤਿਆਂ, ਘਰੇ ਬੈਠਿਆਂ ਅਰਮਾਨ ਦੇ ਨਾਲ, ਕੰਮ ਕਰਦਿਆਂ ਅਰਮਾਨ ਦੇ ਨਾਲ, ਜੌਬ ਕਰਦਿਆਂ ਅਰਮਾਨ ਦੇ ਨਾਲ, ਸਕੂਲ ਕਾਲਜ ਕਰਦਿਆਂ ਆਰਾਮ ਦੇ ਨਾਲ ਤੁਹਾਡੇ ਦੁਆਰਾ ਬਹੁਤ ਬਹੁਤ ਕੰਮ ਫੈਲਾ ਦੇਗਾ। ਇੰਝ ਸੋਚਣ ਦੀ ਲੋੜ ਨਹੀਂ ਆ ਕਦੀ ਵੀ ਇੱਕ ਚੀਜ਼ ਕੱਢ ਕੇ ਬਾਹਰ ਸੁੱਟੋ। ਇੰਝ ਸੋਚਣ ਦੀ ਲੋੜ ਨਹੀਂ ਹੈ ਮੈਂ ਬਿਜ਼ੀ ਹਾਂ, ਮੈਂ ਫਸਿਆ ਹਾਂ, ਮੈਂ ਫਸੀ ਹਾਂ, ਬਹੁਤ ਕਸ਼ਟ ਵਿੱਚ ਹਾਂ, ਬਹੁਤ ਬੋਝ ਆ। ਉਹ ਜਦੋਂ ਬੋਝ ਦੂਰ ਹੋਏਗਾ ਫਿਰ ਮੈਂ ਇਸਤੇਮਾਲ ਹੋਊਂ। ਨਹੀਂ, ਇਸ ਤਰ੍ਹਾਂ ਕੁਛ ਨਹੀਂ ਹੈਗਾ, ਇਸ ਤਰ੍ਹਾਂ ਕੁਛ ਵੀ ਨਹੀਂ ਆ। ਬੋਝ ਥੱਲੇ ਦੱਬੇ ਹੋਏ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਊਂਗਾ, ਇਹ ਤੋਂ ਮਸੀਹ ਨੇ ਕਹਿ ਦਿੱਤਾ। ਔਰ ਜਿਹੜਾ ਵੀ ਕੋਈ ਆ ਕੇ ਉਹਨੂੰ ਵਿਸ਼ਵਾਸ ਦੇ ਦਿੰਦਾ, ਉਹਦਾ ਬੋਝ ਖਤਮ ਹੋ ਗਿਆ, ਉਹਦਾ ਬੋਝ। ਹਾਂ, ਕੋਈ ਜਨ ਜਾਣ ਕੇ ਵੀ ਸੋਚਣਾ ਚਾਹੁੰਦਾ ਆ ਤਾਂ ਸੋਚੀ ਜਾਵੇ, ਰੋਣਾ ਚਾਹੁੰਦਾ ਤਾਂ ਰੋਈ ਜਾਵੇ, ਭੱਜਣਾ ਚਾਹੁੰਦਾ ਤਾਂ ਭੱਜ ਲਵੇ, ਕਲਪਣਾ ਚਾਹੁੰਦਾ ਤਾਂ ਕਲਪ ਲਵੇ। ਪਰ ਪਰਮੇਸ਼ਵਰ ਤੋਂ ਜਿੱਦਣ ਤੁਸੀਂ ਵਿਸ਼ਵਾਸ ਕੀਤਾ ਉਦੋਂ ਦਾ ਹੀ ਤੁਹਾਡਾ ਬੋਝ ਲੈ ਚੁੱਕਾ। ਔਰ ਤੁਸੀਂ ਯੀਸ਼ੂ ਮਸੀਹ ਦੇ ਮੂੰਹ 'ਚੋਂ ਨਿਕਲੇ ਹੋਏ ਵਚਨ ਅਨੁਸਾਰ ਕਿ ਮੈਂ ਇਸ ਲਈ ਆਇਆ ਕਿ ਉਹਨਾਂ ਨੂੰ ਚੋਖਾ ਜੀਵਨ ਮਿਲੇ, ਉਹ ਚੋਖਾ ਜੀਵਨ ਬੜੇ ਆਰਾਮ ਨਾਲ ਆਪਣੇ ਜੀਵਨ 'ਚੋਂ ਪ੍ਰਗਟ ਕਰ ਸਕਦੇ ਹੋ। ਤੁਹਾਡੇ ਹੱਥ 'ਚ ਦੋਵੇਂ ਰਾਹ, ਇੱਕ ਆ ਬਹੁਤ ਮੁਸ਼ਕਿਲ ਮੁਸੀਬਤ ਕਠਿਨਾਈ ਵਾਲਾ ਭੱਜ ਦੌੜ ਵਾਲਾ ਜੀਵਨ ਰਸਤਾ, ਔਰ ਇੱਕ ਆ ਬਸ ਆਰਾਮ ਨਾਲ ਪਰਮੇਸ਼ਰ 'ਤੇ ਭਰੋਸਾ ਕਰਕੇ ਬਹਿਣਾ ਔਰ ਪਰਮੇਸ਼ਰ ਕਰਾ ਕੇ ਤੁਹਾਡੇ ਹੱਥ 'ਚ ਦੇਣਗੇ ਸਾਰਾ ਕੁਛ। ਉਹ ਵੀ ਆ ਰਸਤਾ, ਉਹ ਆ ਵਿਸ਼ਵਾਸ ਔਰ ਧੰਨਵਾਦ ਨਾਲ, ਧੀਰਜ ਨਾਲ ਪ੍ਰਗਟ ਕੀਤਾ ਜਾਣ ਵਾਲਾ ਰਸਤਾ, ਉਹ ਵੀ ਤੁਸੀਂ ਕਰ ਸਕਦੇ ਹੋ। ਦੂਸਰਾ ਆ ਰੱਬ ਰੱਬ ਵੀ ਕਰਨਾ, ਕਲਪਨਾ ਵੀ, ਦੁਖੀ ਵੀ ਹੋਣਾ, ਭੱਜ ਦੌੜ ਵੀ ਕਰਨਾ, ਸਿਰਦਰਦੀ ਵੀ ਲੈਣੀ, ਉਹ ਵੀ ਇੱਕ ਨਿਕੰਮਾ ਜਿਹਾ ਰਸਤਾ ਹੈ, ਉਹ ਵੀ ਤੁਸੀਂ ਲੈ ਸਕਦੇ ਹੋ। ਪਰ ਪਰਮੇਸ਼ਰ ਦੀ ਇੱਛਾ ਨਹੀਂ ਆ ਕਿ ਉਹ ਤੁਸੀਂ ਨਿਕੰਮਾ ਰਸਤਾ ਇਖਤਿਆਰ ਕਰੋ। ਇੱਕ ਲੇਡੀ ਦੇ ਬਾਰੇ ਦੀ ਸ਼ੇਅਰਿੰਗ ਮੈਂ ਸੁਣ ਰਿਹਾ ਸੀ, ਉਹ ਪਰਮੇਸ਼ਰ ਨੂੰ ਕਿੰਝ ਪੁਕਾਰ ਰਹੀ ਆ, ਪਰਮੇਸ਼ਰ ਤੂੰ ਕਿੱਥੇ ਆ, ਤੂੰ ਬਹੁਤ ਸਰਵ ਸ਼ਕਤੀਮਾਨ ਹੈ, ਮੇਰੀ ਕਿਉਂ ਨਹੀਂ ਸੁਣਨ ਦਿਆ ਤੂੰ। ਤਾਂ ਉਹਦੇ ਅਗੂਏ ਨੇ ਦੱਸਿਆ, ਤੂੰ ਸਹੀ ਸ਼ਖਸ ਨਾਲ ਗੱਲ ਕਰਨੀ ਆ ਪਰ ਗੱਲ ਗਲਤ ਕਰਨ ਦੀ ਆ। ਤੂੰ ਸਹੀ ਜਗ੍ਹਾ ਗੱਲ ਕਰਨ ਦੀ ਆ ਪਰ ਗੱਲ ਹੈ ਨਾ। ਮੰਨ ਲਓ ਮੈਂ ਨਿਰਮਲ ਜੀ ਦੇ ਘਰ ਆਉਣਾ ਆ, ਤਾਂ ਸਾਹਮਣੇ ਉਹ ਸੜਕ ਆਉਂਦੀ ਹੈ ਨਾ ਅੰਦਰ, ਤਾਂ ਅਗਰ ਮੈਂ ਮੁਸਤਫਾਬਾਦ ਤੋਂ ਨਾ ਨਿਕਲ ਕੇ ਉਹ ਲੁਹਾਰਕਾ ਇੱਧਰ ਉੱਧਰ ਘੁੰਮ ਕੇ ਫਤਿਹਗੜ੍ਹ ਘੁੰਮ ਕੇ ਆਵਾਂਗਾ ਤਾਂ ਕੀ ਹੋਏਗਾ, ਬਹੁਤ ਟਾਈਮ ਵੇਸਟ ਹੋ ਜਾਏਗਾ। ਤਾਂ ਜੇ ਸਿੱਧਾ ਹੀ ਆਵਾਂਗਾ ਤੇ ਉਹਦੇ ਅਗੂਏ ਨੇ ਦੱਸਿਆ ਸਿੱਧੇ ਆਓ ਪਰਮੇਸ਼ਰ ਕੋਲ, ਪੁੱਠੇ ਨਾ ਆਓ। ਪੁੱਠੇ ਕਿਸ ਤਰ੍ਹਾਂ ਆਉਂਦੇ ਆ, ਪਰਮੇਸ਼ਰ ਨੂੰ ਪੁਕਾਰਨਾ ਵੀ ਔਰ ਸ਼ੱਕ ਨਾਲ ਪੁਕਾਰਨਾ ਔਰ ਗਲਤ ਤਰੀਕੇ ਨਾਲ ਪੁਕਾਰਨਾ।
ਜਿਵੇਂ ਇੱਕ ਵਿਅਕਤੀ ਦਾ ਜੀਵਨ ਬੜਾ ਦੁਖੀ ਸੀ, ਉਹ ਆਇਆ ਮੇਰੇ ਕੋਲ, ਕਹਿੰਦਾ ਪਤਨੀ ਬਹੁਤ ਪਰੇਸ਼ਾਨ ਕਰਦੀ ਆ ਔਰ ਉਹ ਆਪਣੇ ਪੇਕੇ ਵਿੱਚ ਆ ਔਰ ਉਹ ਮੈਨੂੰ ਬਹੁਤ ਤੁੱਛ ਸਮਝਦੀ ਆ। ਉਹ ਪੇਕੇ ਗਈ, ਮੈਂ ਮਗਰੋਂ ਕੋਠੀ ਵੀ ਬਣਾ ਲਈ ਆ, ਪਰ ਉਹ ਆਉਣਾ ਨਹੀਂ ਚਾਹੁੰਦੀ, ਉਹ ਵੱਡੀਆਂ ਵੱਡੀਆਂ ਗੱਲਾਂ ਕਰਦੀ ਆ। ਤੋ ਮੈਂ ਕਿਹਾ ਵੀ ਵਚਨ ਦੱਸਿਆ, ਗਵਾਹੀਆਂ ਦੱਸੀਆਂ, ਦੱਸੋ ਕੀ ਚਾਹੁੰਦੇ ਹੋ। ਕਹਿੰਦਾ ਜੀ ਮਹਾਰਾਜ ਮੈਂ ਚਾਹੁੰਦਾ ਛੁਟਕਾਰਾ ਹੋ ਜੇ। ਤੋ ਮੈਂ ਕਿਹਾ ਫਿਰ ਮੇਰੇ ਕੋਲ ਕੀ ਲੈਣਾ ਆ, ਇਹਦੇ ਉਤਰਾ ਹੀ ਹੋ ਜਾਣਾ ਥੋੜ੍ਹੀ ਦੇਰ ਨੂੰ। ਮੈਂ ਕਿਹਾ ਮੰਨ ਲਾ ਮਹਾਰਾਜ ਨੂੰ ਤੂੰ ਯਾਦ ਕਰਨੇ, ਮਹਾਰਾਜ ਤੇਰੇ ਸਾਹਮਣੇ ਪ੍ਰਗਟ ਹੋ ਜੇ ਔਰ ਤੂੰ ਉਹਨੂੰ ਕੀ ਕਹੇਂਗਾ, ਮੇਰਾ ਮਸਲਾ ਹੱਲ ਕਰ ਦੇ ਕਿ ਮੇਰਾ ਛੁਟਕਾਰਾ ਕਰ ਦੇ। ਮੈਂ ਕਿਹਾ ਜੇ ਤੂੰ ਮਹਾਰਾਜ ਨੂੰ ਇਹ ਕਹੇਂਗਾ ਮਹਾਰਾਜ ਮੇਰਾ ਛੁਟਕਾਰਾ ਕਰਾ ਦਿਓ ਪਤਨੀ ਤੋਂ, ਤਾਂ ਉਹ ਕਹੇਗਾ ਮੈਨੂੰ ਪੁਕਾਰਨ ਦੀ ਕੀ ਲੋੜ ਹੀ, ਇਹਦੇ ਉਤਰਾ ਹੀ ਹੋ ਜਾਣਾ ਜਿੰਨੇ ਚਿਰ ਦਾ ਰੁਖਾ ਪਾਉਂਦੇ ਹਾਂ। ਤਾਂ ਕਈ ਵਾਰ ਸਾਨੂੰ ਸਿੱਧਾ ਰਸਤਾ ਅਪਣਾਉਣਾ ਨਹੀਂ ਆਉਂਦਾ। ਪਰਮੇਸ਼ਰ ਕੋਲੋਂ ਮੰਗੋਗੇ, ਪਿਤਾ ਮੇਰੀ ਆਤਮਿਕ ਬੁੱਧੀ ਖੋਲੋ, ਮੇਰੀ ਆਤਮਿਕ ਅੱਖਾਂ ਖੋਲੋ, ਬੋਲਣ ਦੇ ਲਈ ਵਚਨ ਔਰ ਗਿਆਨ ਤੁਸੀਂ ਮੈਨੂੰ ਦੇ ਦਿਓ, ਉਤਸ਼ਾਹਿਤ ਕਰਨ ਲਈ ਦੂਸਰਿਆਂ ਨੂੰ ਮੈਨੂੰ ਵਚਨ ਔਰ ਗਿਆਨ ਤੁਸੀਂ ਦੇ ਦਿਓ, ਉਦਾਹਰਨਾਂ ਤੁਸੀਂ ਦੇ ਦਿਓ, ਚਮਤਕਾਰ ਤੁਸੀਂ ਦੇ ਦਿਓ, ਮਜ਼ਦੂਰ ਔਰ ਵਿਸ਼ਵਾਸੀ ਤੁਸੀਂ ਦੇ ਦਿਓ। ਤਾਂ ਪਰਮੇਸ਼ਰ ਕੀ ਕਰਨਗੇ, ਦੇਣਗੇ। ਦੇ ਚੁੱਕੇ ਹੋ ਤੁਸੀਂ, ਇਸ ਤਰ੍ਹਾਂ ਬੋਲਣਾ ਸ਼ੁਰੂ ਕਰੋ, ਹਰੇਕ ਚੀਜ਼ ਨੂੰ ਇਸ ਤਰ੍ਹਾਂ ਅੰਗੀਕਾਰ ਕਰਨਾ ਸ਼ੁਰੂ ਕਰੋ। ਔਰ ਪਰਮੇਸ਼ਰ ਹੈ ਬੁੱਧੀਮਾਨ, ਦਿਆਲੂ, ਕਿਰਪਾਲੂ, ਪ੍ਰੇਮੀ ਪਿਤਾ ਔਰ ਉਦਾਰਤਾ ਨਾਲ, ਖੁੱਲ੍ਹੇ ਦਿਲ ਨਾਲ ਦੇਣ ਵਾਲਾ। ਉਹ ਤੁਹਾਡੇ ਟਾਈਮ ਨੂੰ ਵੇਸਟ ਨਹੀਂ ਹੋਣ ਦੇਗਾ। ਉਹ ਨਹੀਂ ਚਾਹੁੰਦਾ 1 ਸਾਲ 2 ਸਾਲ 4 ਸਾਲ 5 ਸਾਲ ਤੁਸੀਂ ਬਸ ਪਰੇਸ਼ਾਨ ਹੁੰਦੇ ਰਹੋ, ਹੁੰਦੇ ਰਹੋ, ਹੁੰਦੇ ਰਹੋ, ਹੁੰਦੇ ਰਹੋ, ਲੰਬੀਆਂ ਲੰਬੀਆਂ ਪ੍ਰਾਰਥਨਾ ਅਰਦਾਸਾਂ ਕਰਦੇ ਰਹੋ, ਕਰਦੇ ਰਹੋ। ਨੋ ਨੈਵਰ। ਪਰਮੇਸ਼ਰ ਇਸ ਤਰ੍ਹਾਂ ਦੀ ਇੱਛਾ ਰੱਖ ਕੇ ਨਹੀਂ ਬੈਠਾ। ਪਰਮੇਸ਼ਰ ਚਾਹੁੰਦਾ ਅੱਛਾ ਪ੍ਰੈਕਟੀਕਲ 1 ਸਾਲ 2 ਸਾਲ 3 ਸਾਲ 4 ਸਾਲ ਕਰੋ, ਉਸ ਤੋਂ ਬਾਅਦ ਅੱਛਾ ਪ੍ਰੈਕਟੀਕਲ ਕਰਦੇ ਰਹੋਗੇ ਤਾਂ ਕੋਈ ਸਾਲ ਬਾਅਦ, ਕੋਈ 2 ਸਾਲ ਬਾਅਦ, ਕੋਈ 3 ਸਾਲ 4 ਸਾਲ ਬਾਅਦ ਤੋਂ ਤੁਹਾਡੀ ਸਾਰੀ ਜ਼ਿੰਦਗੀ ਵਾਸਤੇ ਤੁਸੀਂ ਭੁੱਲ ਜਾਓਗੇ ਕਿ ਤੁਸੀਂ ਪਹਿਲਾਂ ਕਿੱਥੇ ਜਿਉਂਦੇ ਸੀ, ਔਰ ਹੈਰਾਨ ਹੋ ਜਾਓਗੇ ਤੁਸੀਂ। ਇਹ ਸ਼ਬਦ ਵੱਡੇ ਸਰ ਜੀ ਦੀ ਬਹੁਤਾਇਤ ਦੇ ਜੀਵਨ ਦੀ ਸਿੱਖਿਆ 'ਚੋਂ ਮੈਂ ਕਈ ਸਾਲ ਪਹਿਲਾਂ ਸੁਣਿਆ ਸੀ ਔਰ ਉਹ ਅੱਜ ਵੀ ਮੈਨੂੰ ਹਮੇਸ਼ਾ ਯਾਦ ਆ ਜਾਂਦਾ कि सर जी ने क्या ही बीज बीजने के लिए भी आप अगर दिल से 1 साल 2 साल 4 साल 5 साल एक मन से खुशी से दृढ़ता से करते रहोगे, एक दिन आप भूल जाओगे आप कहाँ थे और सचमुच वितरा हो गया मेरे नाल, मैं भुल गया मैं पहलों कित्थे हुंदा सी। तो पिता दा वचन हरेक विश्वास करने वाले लिए। परमेश्वर को इन्नी दी नवी चीज़ मंगो, नवी चीज़ बोलो। परमेश्वर एक ही घर की गवाही बार बार मैं नहीं देना चाहती, मैं नहीं देना चाहता। एक ही तरह का वचन मैं नहीं सुनाना चाहता, एक ही तरह का स्टाइल मैं नहीं वरतना चाहता। तुहाडा भंडार तो अनेकों प्रकार दी चीज़ों नाल भरिया, तो पिता जी उत्तों मैनूं दो। तो परमेश्वर की करनगे, देणगे, बहुत बहुत दे सकते हैं। तुहाडे सोचण और मंगण तो अत वधीक नाना प्रकार का ज्ञान, नाना प्रकार दियां ना परमेश्वर दियां वड्डियां वड्डियां समर्थावां नूं तुहाडे द्वारा प्रगट करनगे। और मैं चाहत की आ, पिता ने मेरे मन च चाहत पाई, अंगीकार किया कि जिवें साडे कोल बहुत सारे जिले ना पंजाब च, मोगा, जलंधर, लुधियाना, बठिंडा, संगरूर, मलेरकोटला, फिरोजपुर, मखू है ना, और अबोर, तो ऐसे सब इलाकों तो आने वाले समय अति शीघ्र परमेश्वर मजदूर दे चुका। बहुत परमेश्वर दे खास मजदूर, चुने हुए मजदूर, मैनू भी और तुसा सारिਆਂ ਨੂੰ भी। और बहुत ज़बरदस्त लीडर्स मीटिंग्स भी हरेक जगह इन्हां ਜ਼ਿਲ੍ਹਿਆਂ ਵਿੱਚ परमेश्वर करा चुके हैं। यीशु ਦੇ ਨਾਮ ਵਿੱਚ परमेश्वर की कृपा और शांति ਤੁਹਾਡੇ ਸਭਨਾਂ ਦੇ ਵੱਧਦੀ ਜਾਵੇ। आमीन।